ਤਿੰਨੋਂ ਖੇਤੀ ਕਾਨੂੰਨ ਇਹ ਸੰਵਿਧਾਨ ਨੂੰ ਤੋੜ ਕੇ ਬਣਾਏ ਨੇ। नहीं तो ये लोग जिहड़े ने संविधान नाल छेड़छाड़ करके संविधान नूं खत्म कर देणगे। ये ड्रामे करते ने, नौटंकियां करते ने, जिन्ने बीजेपी वाले ने ड्रामेबाज ने। संविधान नाल छेड़छाड़ ना करन, असीं सच्ची श्रद्धांजलि ओह मन्नांगे। ਹੁਣ ਤਾਂ ਪੰਜਾਬ ਦੇ ਵਿੱਚ ਇਹ ਵੀ ਪੋਲਿਟਿਕਸ ਸ਼ੁਰੂ ਹੋ ਗਈ ਹੈ ਕਿ ਉਪ ਮੁੱਖ ਮੰਤਰੀ ਬਣਾ ਦਾਂਗੇ ਜੀ ਦਲਿਤ ਧਿਰ ਦੇ ਵਿੱਚੋਂ। ਇੱਕ ਮਿਸਲੀਡਿੰਗ ਏਜੰਡਾ ਆ, ਸਾਡੀ ਵੈਲਫੇਅਰ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ। ਸਾਨੂੰ ਸਾਰਿਆਂ ਨੂੰ ਹੀ ਇਕੱਠੇ ਹੋਣ ਦੀ ਲੋੜ ਆ, ਚਾਹੇ ਉਹ ਮਜ਼ਦੂਰ ਆ, ਦਲਿਤ ਆ, ਕਿਸਾਨ ਆ। ਅਗਰ ਸੰਵਿਧਾਨ ਖਤਰੇ 'ਚ ਹੈ ਤਾਂ ਸਮਝ ਲਓ ਸਾਡੀ ਸਾਰਿਆਂ ਦੀ ਹੋਂਦ ਖਤਰੇ 'ਚ। ਭਾਰਤ ਜਿਹੜਾ ਇੱਕ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹਾ ਜਾਂਦਾ ਆ, ਇਸ ਲੋਕਤੰਤਰੀ ਦੇਸ਼ ਦੇ ਵਿੱਚ ਸੰਵਿਧਾਨ ਸਰਵਉੱਚ ਹੈ। ਇਸ ਸਮੇਂ ਜਦੋਂ ਭਾਰਤ ਦੀਆਂ ਸਿਆਸੀ ਸਥਿਤੀਆਂ ਦੀ ਗੱਲ ਕਰਦੇ ਹਾਂ ਤੇ ਲੱਗਦਾ ਹੈ ਕਿ ਸੰਵਿਧਾਨ ਦੇ ਉੱਤੇ ਕਿਤੇ ਨਾ ਕਿਤੇ ਚੋਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸੇ ਸੰਵਿਧਾਨ ਦੇ ਨਿਰਮਾਤਾ ਡਾਕਟਰ BR ਅੰਬੇਡਕਰ ਹੋਰਾਂ ਦੀ ਜਯੰਤੀ ਮਨਾਈ ਜਾ ਰਹੀ ਹੈ। ਔਰ ਜਿਹਨੂੰ ਲੈ ਕੇ ਜਿੱਥੇ ਡਾਕਟਰ BR ਅੰਬੇਡਕਰ ਹੋਰਾਂ ਦੀ ਸੋਚ ਨੂੰ ਪ੍ਰਸਾਰਿਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਨਾਲ ਦੀ ਨਾਲ ਸੰਵਿਧਾਨ ਨੂੰ ਬਚਾਉਣ ਦੀਆਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ। ਖਾਸ ਤੌਰ ਤੇ ਇਸ ਅੰਦੋਲਨ ਦੇ ਦਰਮਿਆਨ ਸੰਵਿਧਾਨ ਦੀ ਗੱਲ ਵਾਰ-ਵਾਰ ਉੱਠਦੀ ਹੈ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਹੋਰੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਰਾਏ ਸਾਹਿਬ, ਸੰਵਿਧਾਨ ਤੇ ਸੰਵਿਧਾਨ ਨਿਰਮਾਤਾ ਡਾਕਟਰ BR ਅੰਬੇਡਕਰ ਹੋਰੀ ਅੱਜ ਯਾਤਰਾ ਕੱਢੀ ਜਾ ਰਹੀ ਹੈ ਉਹਨਾਂ ਦੀ ਜਯੰਤੀ ਦੇ ਮੌਕੇ ਤੇ, ਕਿਵੇਂ ਦੇਖਦੇ ਹੋ? ਸੰਵਿਧਾਨ ਲੋਕਾਂ ਲਈ ਬਣਿਆ ਸੀਗਾ, ਲੋਕਤੰਤਰ ਨੂੰ ਬਚਾਉਣ ਲਈ ਬਣਿਆ ਸੀ। ਲੱਗਦਾ ਕਿ ਜਿੱਦਾਂ ਦੀਆਂ ਸਥਿਤੀਆਂ ਤੇ ਜਿੱਦਾਂ ਦੀਆਂ ਸਰਕਾਰਾਂ ਨੇ, ਲੋਕਤੰਤਰ ਵੀ ਬਚਿਆ ਹੋਇਆ ਤੇ ਸੰਵਿਧਾਨ ਵੀ ਬਚਿਆ ਹੋਇਆ। ये जिहड़ी सरकार है इन्हें लोकतंत्र का कान कर दिता है और संविधान नूं तोड़ने दी कोशिशां शुरू हो गई। आ जिहड़े कानून बनाए ने हुण तिन्नों खेती कानून ये संविधान नूं तोड़ के बनाए ने, क्योंकि सूबे दे अधिकार खेतर च जिहड़ा खेती कीता है और ये केंद्र सरकार जिहड़ी इह दखल नहीं दे सकती, पर उन्होंने संविधान नूं तोड़ के ये कानून लिआंदे ने। कहण दा भाव संविधान नूं तोड़ने दी कोशिशां शुरू हो गई हैं और तोड़ना शुरू कर दिता है। सो इस करके आपां नूं अज इहड़ा चेतना मार्च अज कढ़िया गया, ये लोगों नूं जगाउण दी लोड़ है, बिल्कुल चेतना लियाउण दी लोड़ है कि अपने संविधान नूं बचाउणा है। ते उठो जागो ते उठ के अगे वधो, नहीं तो ये लोग जिहड़े ने संविधान नाल छेड़छाड़ करके संविधान नूं खत्म कर देणगे। ये जिवें ये नवें कानून लिआंदे ने संविधान तोड़ के होर नवें कानून बनाउणगे और संविधान नाल छेड़छाड़ करनगे। ਤੁਸੀਂ ਕਹਿੰਦੇ ਸੰਵਿਧਾਨ ਨੂੰ ਇਹਨਾਂ ਨੇ ਖਤਮ ਕਰਨਾ, ਪਰ ਇਹੀ ਸੱਤਾ ਦੇ ਵਿੱਚ ਬੈਠੀ ਹੋਈ ਧਿਰ ਸੰਵਿਧਾਨ ਦੀ ਦੁਹਾਈ ਵੀ ਪਾ ਰਹੀ ਹੈ। ਕੱਲ ਨੂੰ ਵੱਖਰੀਆਂ ਥਾਵਾਂ ਤੇ ਅੰਬੇਡਕਰ ਹੋਰਾਂ ਦੇ ਬੁੱਤਾਂ ਦੇ ਅੱਗੇ ਇਹਨਾਂ ਨੇ ਸ਼ਰਧਾਂਜਲੀ ਵੀ ਭੇਂਟ ਕਰਨੀ ਹੈ, ਨਮਨ ਵੀ ਕਰਨਾ, ਫੁੱਲ ਵੀ ਚੜਾਉਣੇ ਆ ਤੇ ਉਹੀ ਤਾਂ ਕਹਿੰਦੇ ਅਸੀਂ ਸੰਵਿਧਾਨ ਦੀ ਰਾਖੀ ਵੀ ਕਰ ਰਹੇ ਹਾਂ। दोगला चेहरा है, दोगला है, वोट बैंक की राजनीति करते हैं। तुसी वेखो भी आ संविधान तोड़िया नहीं, मैं पहला दस के हटिया कि जिहड़ा खेती किता है सूबे के अधिकार खेतर च संविधानिक तौर पर और संविधान नूं तोड़िया। जे संविधान नूं तोड़ रहे ने, किहने संविधान लिखिया? डॉक्टर भीमराव अंबेडकर जी ने, बाबा साहब ने लिखिया है और बाबा साहब ने संविधान लिखिया है और उन्होंने तोड़ रहे हैं। जे उन्होंने लिखे हुए संविधान नूं नहीं तोड़ना, जे उन्होंने लिखी हुई बाणी नूं नहीं मनना, तो फिर इदां दीयां नौटंकियां करन दी की लोड़ है? ये ड्रामे करते हैं, नौटंकियां करते हैं, जिन्ने बीजेपी वाले ने ड्रामेबाज ने ते नौटंकीबाज ने। ਸੰਵਿਧਾਨ ਸਭ ਨੂੰ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰਨ ਦੀ ਇਜਾਜ਼ਤ ਦਿੰਦਾ ਆ। ਸੰਵਿਧਾਨ ਆਪੋ ਆਪਣੇ ਸਮਾਗਮ ਕਰਨ ਦੀ ਇਜਾਜ਼ਤ ਦਿੰਦਾ, ਪਰ ਜਿੱਦਾਂ ਦੀਆਂ ਸਥਿਤੀਆਂ ਹਰਿਆਣੇ ਦੇ ਵਿੱਚ ਬਣਦੀਆਂ ਨਜ਼ਰ ਆ ਰਹੀਆਂ ਨੇ, ਕੱਲ ਨੂੰ ਜਿਹੜਾ ਆ ਉਹ ਬੜੌਲੀ ਦੇ ਵਿੱਚ ਮੁੱਖ ਮੰਤਰੀ ਖੱਟਰ ਹੋਰਾਂ ਨੇ ਬੁੱਤ ਦਾ ਜਿਹੜਾ ਉਦਘਾਟਨ ਕਰਨ ਲਈ ਆਉਣਾ ਡਾਕਟਰ BR ਅੰਬੇਡਕਰ ਹੋਰਾਂ ਦੇ। ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਤਾਂ ਕਿਹਾ ਸੀ ਇਕੱਲੇ ਦੁਸ਼ਯੰਤ ਚੌਟਾਲਾ ਦੇ ਪ੍ਰੋਗਰਾਮ ਦਾ ਵਿਰੋਧ ਕਰਨਾ, ਹੁਣ ਕਹਿੰਦੇ ਜੀ ਜਿੰਨੇ ਭਾਜਪਾ ਦੇ ਉਹ ਪ੍ਰੋਗਰਾਮ ਹੋਣਗੇ ਖਾਸ ਤੌਰ ਤੇ ਖੱਟਰ ਹੋਰਾਂ ਵਾਲਾ ਉਹ ਵਿਰੋਧ ਕਰਨਾ, ਉਹਦਾ ਟਕਰਾਅ ਦੀ ਸਥਿਤੀ ਬਣੇਗੀ। ਲੱਗਦਾ ਨਹੀਂ ਕਿ ਇਹ ਟਕਰਾਅ ਦੇ ਵਿੱਚੋਂ ਵੀ ਸੰਵਿਧਾਨ ਨੂੰ ਕਿਤੇ ਨਾ ਕਿਤੇ ਠੇਸ ਪਹੁੰਚਦੀ ਹੈ। ਵੇਖੋ ਜਿਸ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ, ਉਹਨਾਂ ਦੀ ਲਿਖੀ ਹੋਈ, ਮੈਂ ਤਾਂ ਪਹਿਲਾਂ ਕਿਹਾ ਉਹਨਾਂ ਦੀ ਬਾਣੀ ਨੂੰ ਤਾਂ ਮੰਨਣ ਨੂੰ ਤਿਆਰ ਨੇਗੇ, ਉਹਨੂੰ ਤਾਂ ਤੋੜ ਰਹੇ ਨੇ ਸੰਵਿਧਾਨ ਨੂੰ, ਤੇ ਫਿਰ ਡਰਾਮੇ ਕਿਉਂ ਕਰਦੇ ਨੇ? ਹੁਣ ਤਾਂ ਇਹਨਾਂ ਨੂੰ ਕੇਵਲ ਨੌਟੰਕੀ ਕਰਨ ਤੋਂ ਰੋਕਿਆ ਜਾ ਰਿਹਾ ਹੈ ਔਰ ਸੰਵਿਧਾਨ ਨੂੰ ਬਚਾਉਣ ਕਰਕੇ ਇੱਕ ਪਾਸੇ ਲੋਕਾਂ ਨੂੰ ਭਰਮ ਚ ਪਾ ਕੇ ਕਿ ਅਸੀਂ ਡਾਕਟਰ ਭੀਮਰਾਵ ਅੰਬੇਦਕਰ ਜੀ ਨੂੰ ਆਪਣਾ ਇਸ਼ਟ ਮੰਨਦੇ ਹਾਂ, ਇੱਕ ਪਾਸੇ ਆਪਾਂ ਉਹਨਾਂ ਦੀ ਲਿਖੀ ਹੋਈ ਬਾਣੀ ਨੂੰ ਤੋੜ ਰਹੇ ਹਾਂ, ਤਾਂ ਫਿਰ ਇਹ ਦੋਗਲਾ ਚਿਹਰਾ ਕਿਉਂ? ਇਸ ਕਰਕੇ ਇਹ ਕਿਸਾਨ ਕਹਿੰਦੇ ਨੇ ਕਿ ਇਹ ਲੋਕ ਬੀਜੇਪੀ ਵਾਲੇ ਜਿਹੜੇ ਆ ਇਹ ਕਿਤੇ ਨਹੀਂ, ਜੇ ਹਮੈਤੀ ਨੇ ਤਾਂ ਫਿਰ ਉਹ ਸੰਵਿਧਾਨ ਨੂੰ ਲਾਗੂ ਕਰਨ, ਸੰਵਿਧਾਨ ਨਾਲ ਛੇੜਛਾੜ ਨਾ ਕਰਨ। ਅਸੀਂ ਸੱਚੀ ਸ਼ਰਧਾਂਜਲੀ ਉਹ ਮੰਨਾਂਗੇ। ਅੱਛਾ, ਬਾਬਾ ਅੰਬੇਦਕਰ ਜੀ
ਦਲਿਤ ਸਮੁਦਾਇ ਲਈ ਕੀ ਮਹੱਤਵ ਰੱਖਦੇ ਨੇ ਇਹ ਦੱਸਣ ਪੁੱਛਣ ਦੀ ਲੋੜ ਨਹੀਂ ਹੈਗੀ ਆ। ਹੁਣ ਕਿਸਾਨ ਜਥੇਬੰਦੀਆਂ ਵੀ ਕਹਿੰਦੀਆਂ ਕਿ ਹਰ ਵਰਗ ਹਰ ਸਮਾਜ ਇਸ ਅੰਦੋਲਨ ਦੇ ਵਿੱਚ ਇਕੱਠਾ ਹੋਵੇ ਤੇ ਇਹ ਡਾਕਟਰ BR ਅੰਬੇਡਕਰ ਦੀ ਜਯੰਤੀ ਦੇ ਮੌਕੇ ਤੇ ਕਿਸਾਨ ਜਥੇਬੰਦੀਆਂ ਦਾ ਇਹਨਾਂ ਸਮਾਗਮਾਂ 'ਚ ਸ਼ਾਮਲ ਹੋਣਾ ਉਸੇ ਕੜੀ ਦਾ ਇੱਕ ਹਿੱਸਾ। ਇਹ ਜਥੇਬੰਦੀਆਂ ਇਹ ਹਮੇਸ਼ਾ ਹੀ ਮਹਿਸੂਸ ਕਰਦੀਆਂ ਰਹੀਆਂ ਕਿ ਇਕਜੁੱਟਤਾ ਹਮੇਸ਼ਾ ਲਈ ਬਣੀ ਰਹਿਣੀ ਚਾਹੀਦੀ ਹੈ, ਪਹਿਲਾਂ ਵੀ ਹੋਣੀ ਚਾਹੀਦੀ ਸੀ, ਅੱਗੇ ਵੀ ਬਣੀ ਰਹਿਣੀ ਚਾਹੀਦੀ। ਨਹੀਂ, ਜਿਹੜਾ ਬਾਬਾ ਸਾਹਿਬ ਨੇ ਸੰਵਿਧਾਨ ਦਿੱਤਾ ਹੈ ਉਹ ਸੰਵਿਧਾਨ ਏਕਤਾ ਦਾ ਸਬੂਤ ਹੈ। ਉਹਨੇ ਬਰਾਬਰਤਾ ਦਿੱਤੀ ਹੈ। ਜਿਵੇਂ ਬਾਬਾ ਨਾਨਕ ਜੀ ਨੇ ਬਾਣੀ ਲਿਖੀ ਉਹਨੇ ਸਾਰੇ ਸਮਾਜ ਨੂੰ ਬਰਾਬਰ ਕੀਤਾ ਹੈ। ਇਸੇ ਤਰ੍ਹਾਂ ਬਾਬਾ ਸਾਹਿਬ ਨੇ ਜਿਹੜਾ ਸੰਵਿਧਾਨ ਲਿਖਿਆ ਉਹ ਸਾਰਿਆਂ ਨੂੰ ਬਰਾਬਰ ਕੀਤਾ ਹੈ। ਤੇ ਫਿਰ ਇਹਦੇ ਵਿੱਚ ਫਰਕ ਨਹੀਂ ਰਹਿ ਗਿਆ। ਕਿਸਾਨ ਮਜ਼ਦੂਰ ਇੱਕੋ ਹੀ ਚੀਜ਼ ਹੈ। ਕਿਸਾਨ ਵੀ ਖੇਤ 'ਚ ਮਜ਼ਦੂਰੀ ਕਰਦਾ ਹੈ ਤੇ ਮਜ਼ਦੂਰ ਵੀ ਉਹਦੇ ਨਾਲ ਰਲ ਕੇ ਕੰਮ ਕਰਦਾ, ਭਾਈਚਾਰਕ ਸਾਂਝ ਹੈ। ਸੋ ਇਸ ਕਰਕੇ ਇਹਦੇ ਵਿੱਚ ਕੋਈ ਵਖਰੇਵਾਂ ਨਹੀਂ। ਇਹ ਇਹਨਾਂ ਲੋਕਾਂ ਦੇ ਵਖਰੇਵੇਂ ਪਾਏ ਹੋਏ ਨੇ। ਬਾਬਾ ਸਾਹਿਬ ਨੇ ਜਿਹੜਾ ਸੰਵਿਧਾਨ ਲਿਖਿਆ ਉਹਨੇ ਸਾਰੇ ਵਖਰੇਵੇਂ ਦੂਰ ਕੀਤੇ ਨੇ। ਸੋ ਇਸ ਕਰਕੇ ਇਹ ਏਕਤਾ ਦਾ ਸਬੂਤ ਦਿੰਦੇ ਹੋਏ ਸਾਨੂੰ ਇਹ ਸਾਂਝੇ ਰਲ ਕੇ ਦਿਨ ਮਨਾਉਣੇ ਚਾਹੀਦੇ ਨੇ ਔਰ ਇਹ ਚੇਤਨਾ ਮਾਰਚ ਵੀ ਸਾਂਝੇ ਰਲ ਕੇ ਹੀ ਕਰਨੇ ਚਾਹੀਦੇ ਨੇ। ਲੱਗਦੇ ਹੱਥ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਥੋੜਾ ਜਿਹਾ ਪ੍ਰੋਗਰਾਮਾਂ ਦੇ ਬਾਰੇ ਵੀ ਗੱਲ ਕਰ ਲੈਂਦੇ ਆ। ਸੰਸਦ ਤੱਕ ਕੂਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ, ਤਰੀਕ ਅਜੇ ਫਾਈਨਲ ਨਹੀਂ ਕੀਤੀ। ਪ੍ਰੋਗਰਾਮ ਕਿੱਦਾਂ ਹੋਣਾ ਹੈ ਉਹ ਅਜੇ ਫਾਈਨਲ ਨਹੀਂ ਕੀਤਾ ਗਿਆ। ਕਦੋਂ ਤੱਕ ਉਮੀਦ ਰੱਖੀਏ ਕਿ ਸੰਸਦ ਵੱਲ ਕੂਚ ਕੀਤਾ ਜਾਏਗਾ? ਔਰ ਨਾਲ ਦੀ ਨਾਲ ਇਹ ਵੀ ਦੱਸ ਦਿਓ ਜਿਹੜੀ ਸਰਕਾਰ ਹੁਣ ਕਹਿੰਦੀ ਹੈ ਕਿ ਗੱਲਬਾਤ ਕਰਨ ਲਈ ਤਿਆਰ ਆ, ਉਹ ਸਰਕਾਰ ਦੇ ਮਨਸ਼ੇ ਲੱਗਦੇ ਤੁਹਾਨੂੰ ਕਿ ਗੱਲ ਹੁਣ ਸਿਰੇ ਬੰਨੇ ਲੱਗੇਗੀ ਕਿਸੇ? ਵੇਖੋ, ਇਹ ਸਿਰੇ ਬੰਨੇ ਤਾਂ ਲਾਉਣੀ ਸਰਕਾਰ ਨੇ, ਪਰ ਅਸੀਂ ਕਦੇ ਟੇਬਲ ਟਾਕ ਤੋਂ ਨਹੀਂ ਭੱਜੇ। ਜੇ ਸਰਕਾਰ ਚਾਹੁੰਦੀ ਹੈ ਬਹਿ ਕੇ ਗੱਲ ਕਰਨੀ ਤਾਂ ਕਰੇ। ਬਾਕੀ ਜਿਹੜੀ ਤੁਸੀਂ ਸੰਸਦ ਕੂਚ ਦੀ ਗੱਲ ਕਹੀ ਹੈ ਉਹ ਸਾਡੀ ਮੀਟਿੰਗ ਹੋਣੀ ਹੈ 17 ਤਰੀਕ ਨੂੰ ਸੰਯੁਕਤ ਮੋਰਚੇ ਦੀ, ਔਰ ਉਹਦੇ ਵਿੱਚ ਜਿਹੜੀ ਉਹ ਕਲੀਅਰ ਹੋ ਜਾਣੀ ਹੈ। ਉਹਦੀ ਪਹਿਲਾਂ ਰੂਪਰੇਖਾ ਤਿਆਰ ਕਰਾਂਗੇ, ਫਿਰ ਡੇਟ ਅਨਾਉਂਸ ਕਰਾਂਗੇ। ਇਸ ਕਰਕੇ ਉਹ 17 ਤਰੀਕ ਨੂੰ ਫਾਈਨਲ ਹੋਣਾ ਹੈ। 17 ਤਰੀਕ ਨੂੰ ਫਾਈਨਲ ਹੋਏਗਾ। ਜਥੇਬੰਦੀਆਂ ਦੇ ਪ੍ਰੋਗਰਾਮ ਜਿਹੜੇ ਆ ਆਪਣੇ ਉਲੀਕੇ ਹੋਏ ਆ। ਇਸ ਮਾਰਚ ਦੇ ਵਿੱਚ ਕੁਝ ਹੋਰ ਨੁਮਾਇੰਦੇ, ਕੁਝ ਦਲਿਤ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਆ। ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਡਾਕਟਰ BR ਅੰਬੇਡਕਰ ਜਿਹੜੇ ਸੰਵਿਧਾਨ ਰਚੈਤਾ ਨੇ, ਸੰਵਿਧਾਨ ਜਿਨ੍ਹਾਂ ਨੇ ਲਿਖਿਆ ਔਰ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਦੇ ਮੁਤਾਬਕ ਇਹ ਮੁਲਕ ਚੱਲਦਾ ਆ, ਕਿੰਨਾ ਕੁ ਇਸ ਸਮੇਂ ਸੰਵਿਧਾਨ ਨੂੰ ਬਚਾਇਆ ਜਾ ਰਿਹਾ, ਕਿੱਥੇ ਕਿੱਥੇ ਠੇਸ ਪਹੁੰਚਾਈ ਜਾ ਰਹੀ ਹੈ, ਉਹ ਸਾਰੀ ਗੱਲਬਾਤ ਆਪਾਂ ਉਹਨਾਂ ਦੇ ਨਾਲ ਵੀ ਕਰਾਂਗੇ। ਤਾਂ ਡਾਕਟਰ BR ਅੰਬੇਡਕਰ ਹੋਰਾਂ ਦੀ ਗੱਲ ਚੱਲੇਗੀ, ਦਲਿਤ ਪੋਲਿਟਿਕਸ ਦੀ ਵੀ ਗੱਲ ਚੱਲਣੀ ਆ, ਕਿਉਂਕਿ ਡਾਕਟਰ BR ਅੰਬੇਡਕਰ ਹੋਰੀ ਦਲਿਤ ਸਮੁਦਾਇ ਲਈ ਕੀ ਕੁਝ ਕਰਦੇ ਆ ਤੇ ਕੀ ਮਾਇਨੇ ਰੱਖਦੇ ਆ, ਉਹਨਾਂ ਦਾ ਹੋਣਾ, ਉਹਨਾਂ ਦੀ ਵਿਚਾਰਧਾਰਾ ਦਾ ਹੋਣਾ ਕੀ ਮਾਇਨੇ ਰੱਖਦਾ ਹੈ। ਤੇ ਫਿਰ ਦਲਿਤ ਪੋਲਿਟਿਕਸ ਦੀ ਵੀ ਗੱਲ ਚੱਲੇਗੀ। ਦਲਿਤ ਪੋਲਿਟਿਕਸ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਜਿਹੜੀ ਆ, ਇਕੱਲਾ ਪੰਜਾਬ 'ਚ ਨਹੀਂ ਦੇਸ਼ ਦੇ ਵਿੱਚ ਦਲਿਤ ਪੋਲਿਟਿਕਸ ਦੇ ਲਈ ਜਾਣੀ ਜਾਂਦੀ ਹੈ। ਇਸ ਵੇਲੇ ਬਸਪਾ ਤੋਂ ਬਲਵਿੰਦਰ ਕੁਮਾਰ ਹੋਰੀ ਸਾਡੇ ਨਾਲ ਮੌਜੂਦ ਨੇ। ਬਲਵਿੰਦਰ ਜੀ, ਜਦੋਂ ਅਸੀਂ ਡਾਕਟਰ BR ਅੰਬੇਡਕਰ ਹੋਰਾਂ ਦੀ ਗੱਲ ਕਰਦੇ ਹਾਂ, ਸੰਵਿਧਾਨ ਦੀ ਗੱਲ ਕਰਦੇ ਹਾਂ ਔਰ ਦਲਿਤ ਸਮੁਦਾਇ ਦੀ ਗੱਲ ਕਰਦੇ ਹਾਂ, ਜੋ ਸੰਵਿਧਾਨ ਦੇ ਵਿੱਚ ਲਿਖਿਆ ਆ, ਜਿਹੜੇ ਹੱਕ ਦਿੱਤੇ ਗਏ ਆ, ਵਾਰ-ਵਾਰ ਗੱਲ ਉੱਠਦੀ ਹੈ ਕਿ ਦਲਿਤਾਂ ਦੇ ਹੱਕ ਖੋਏ ਜਾ ਰਹੇ ਆ। SC ST ਐਟਰੋਸਿਟੀ ਐਕਟ ਜਦੋਂ ਡਿਲਿਊਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਏ ਸੀਗੇ ਮੁਲਕ ਭਰ ਦੇ ਵਿੱਚ। ਤੇ ਹੁਣ ਜਿਹੜੀਆਂ ਪਾਰਟੀਆਂ, ਜਿਹੜੀਆਂ ਧਿਰਾਂ ਨੇ ਡਿਲਿਊਟ ਕਰਨ ਦੀ ਕੋਸ਼ਿਸ਼ ਕੀਤੀ, ਉਹ ਵੀ ਦਾਅਵੇ ਕਰਦੀਆਂ ਕਿ ਅਸੀਂ ਵੀ ਡਾਕਟਰ BR ਅੰਬੇਡਕਰ ਹੋਰਾਂ ਨੂੰ ਉਹਨਾਂ ਦੀ ਨਕਸ਼ੇ ਕਦਮ ਤੇ ਚੱਲਦੇ ਆ। ਕਿਵੇਂ ਦੇਖਦੇ ਹੋ ਉਹਨਾਂ ਦੇ ਇਹਨਾਂ ਕਦਮਾਂ ਨੂੰ, ਕਿਵੇਂ ਦੇਖਦੇ ਹੋ ਉਹਨਾਂ ਦੀ ਪੋਲਿਟਿਕਸ ਨੂੰ? ਦੇਖੋ, ਅਸਲ ਦੇ ਵਿੱਚ ਜਿਹੜੀ ਕਾਂਗਰਸ ਔਰ BJP ਆ, ਉਹ ਕਦੀ ਵੀ ਜਿਹੜੀਆਂ ਇਸ ਦੇਸ਼ ਦੇ ਵਿੱਚ ਸਮੂਹ ਕਿਰਤੀ ਆ, ਜਿਨ੍ਹਾਂ ਨੂੰ ਅਸੀਂ ਬਹੁਜਨ ਸਮਾਜ ਕਹਿ ਦਿੰਦੇ ਜਾਂ ਪੀੜਤ ਬਹੁ ਗਿਣਤੀ ਆ, ਉਹਨਾਂ ਦੀਆਂ ਕਦੀ ਵੀ ਨੁਮਾਇੰਦਾ ਪਾਰਟੀਆਂ ਨਹੀਂ ਰਹੀਆਂ। ਉਹਨਾਂ ਨੇ ਇਹਨਾਂ ਤਬਕਿਆਂ 'ਚੋਂ ਕੁਝ ਬੰਦੇ ਐਡਜਸਟ ਕੀਤੇ ਆਪਣੇ ਸਟਰਕਚਰ ਦੇ ਵਿੱਚ ਔਰ ਉਹਨਾਂ ਨੂੰ ਉਹਨਾਂ ਦੇ ਇੱਕ ਪ੍ਰੋਜੈਕਟਡ ਲੀਡਰ ਬਣਾਤਾ। ਮਤਲਬ ਉਹਨਾਂ ਦੇ ਮਾਸ ਦੇ ਲੀਡਰ ਨਹੀਂ ਸੀ, ਇੱਕ ਉਹਨਾਂ ਦੇ ਸੰਸਥਾਵਾਂ 'ਚ ਉੱਭਰੇ ਵਿਅਕਤੀ ਸੀ ਜਿਨ੍ਹਾਂ ਨੂੰ ਇਹ ਪੀੜਤ ਵਰਗਾਂ ਲੀਡਰ ਬਣਾ ਦਿੱਤਾ ਔਰ ਉਹਨਾਂ ਨੂੰ ਦਿਖਾ ਕੇ ਪੀੜਤ ਵਰਗਾਂ ਦੀਆਂ ਵੋਟਾਂ ਲੈਂਦੀਆਂ ਰਹੀਆਂ। ਪਰ ਉਹਨਾਂ ਦੇ ਕਦੀ ਵੀ ਪਾਲਿਸੀ ਫਰੇਮਵਰਕ ਦੇ ਵਿੱਚ ਇਹਨਾਂ ਸਾਰੇ ਵਰਗਾਂ ਦੀ, ਚਾਹੇ ਦਲਿਤ ਹੋਣ, ਬੈਕਵਰਡ ਹੋਣ, ਕਿਸਾਨ ਹੋਣ, ਮਿਨੋਰਟੀਜ਼, ਇਹਨਾਂ ਦੀ ਕਦੀ ਵੀ ਵੈਲਫੇਅਰ ਦਾ ਏਜੰਡਾ ਨਹੀਂ ਰਿਹਾ। ਤੇ ਇਸ ਕਰਕੇ ਉਹ ਕਦੀ ਵੀ ਨੁਮਾਇੰਦਾ ਪਾਰਟੀਆਂ ਨਹੀਂ ਰਹੀਆਂ। ਪਰ ਜਦੋਂ ਹੁਣ ਉਹਨਾਂ ਨੂੰ ਲੱਗਦਾ ਵੀ ਚਾਹੇ ਵੀ ਇਹ ਸਾਰੇ ਜਿਹੜੇ ਮਤਲਬ ਸਮੁਦਾਇ ਆ ਸਾਡੇ ਮਤਲਬ ਕੰਟਰੋਲ 'ਚ ਬਾਹਰ ਹੋ ਰਹੇ ਆ, ਸਾਡੇ ਏਜੰਡੇ ਨੂੰ ਸਮਝ ਰਹੇ ਆ, ਤਾਂ ਉਹ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਇਹਨਾਂ ਦੇ ਆਈਕਨ ਆ ਉਹਨਾਂ ਨੂੰ ਆਪਣੇ ਸਟਰਕਚਰ ਐਡਜਸਟ ਕਰਕੇ, ਜਿੱਦਾਂ ਪਹਿਲਾਂ ਬੰਦਿਆਂ ਨੂੰ ਲੀਡਰ ਬਣਾ ਕੇ ਸਾਡੇ ਸਮਾਜ ਦਿਆਂ ਨੂੰ ਨਹੀਂ ਪੇਸ਼ ਕੀਤਾ ਸੀ, ਵੀ ਆਈਕਨ ਨੂੰ ਪੇਸ਼ ਕਰੀਏ ਵੀ ਇਹ ਵੀ ਸਾਡੇ ਹੀ ਆ ਤੇ ਤੁਸੀਂ ਸਾਡੇ ਨਾਲ ਆ ਜਾਓ। ਤੇ ਇਸ ਤਰ੍ਹਾਂ ਇੱਕ ਮਿਸਲੀਡਿੰਗ ਏਜੰਡਾ ਆ, ਸਾਡੀ ਵੈਲਫੇਅਰ ਦਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ। ਤੁਸੀਂ ਕਹਿੰਦੇ ਮਿਸਲੀਡਿੰਗ ਏਜੰਡਾ, ਪਰ ਬਲਵਿੰਦਰ ਜੀ, ਬਹੁਜਨ ਸਮਾਜ ਪਾਰਟੀ ਨੇ ਦਲਿਤ ਸਮੁਦਾਇ ਦੀ ਪੋਲਿਟਿਕਸ ਕੀਤੀ ਆ ਹੁਣ ਤੱਕ, ਉਹਦੀ ਅਗਵਾਈ, ਉਹਦੀ ਨੁਮਾਇੰਦਾ ਜਮਾਤ ਹੋਣ ਦਾ ਦਾਅਵਾ ਕੀਤਾ ਆ। ਕੀ ਕਾਰਨ ਹੈ ਕਿ ਬਹੁਜਨ ਸਮਾਜ ਪਾਰਟੀ ਉਦਾਂ ਦਾ
ਕ੍ਰਿਸ਼ਮਾ ਇਸ ਵੇਲੇ ਦਿਖਾਉਂਦੀ ਕਿਤੇ ਵੀ ਨਜ਼ਰ ਨਹੀਂ ਆ ਰਹੀ। ਕੀ ਕਾਰਨ ਹੈ ਕਿ ਦਲਿਤ ਸਮੁਦਾਇ ਉਸ ਤਰੀਕੇ ਨਾਲ ਜੁੜ ਨਹੀਂ ਪਾ ਰਿਹਾ ਇਸ ਪਾਰਟੀ ਦੇ ਨਾਲ? ਦੇਖੋ ਇੱਕ ਤਾਂ ਇਹ ਆ ਵੀ ਜਿਹੜੀ ਬੀਐਸਪੀ ਉਹ ਕੱਲੇ ਦਲਿਤ ਦੀ ਨਹੀਂ ਆ, ਮਤਲਬ ਸ਼ਡਿਊਲ ਕਾਸਟ ਦੀ ਨਹੀਂ ਆ, ਉਹ ਸਾਰੀ ਹੀ ਪੀੜਤ ਧਿਰਾਂ ਦੀ ਨੁਮਾਇੰਦਗੀ ਕਰਦੀ ਆ। ਔਰ ਜਿਹੜੇ ਬਾਕੀ ਆਬਾਦੀ ਵੀ ਆ ਵੀ ਉਹ ਇਹ ਸੰਕਲਪ ਪੇਸ਼ ਕਰਦੀ ਆ ਵੀ ਜੇਕਰ ਅਸੀਂ ਗਵਰਨੈਂਸ ਵਿੱਚ ਆਉਂਦੇ ਆ ਤਾਂ ਅਸੀਂ ਟੋਟਲ ਆਬਾਦੀ ਦੀ ਵੈਲਫੇਅਰ ਲਈ ਕੰਮ ਕਰੂੰਗੇ। ਔਰ ਦੂਜਾ ਜਿਹੜਾ ਤੁਸੀਂ ਇਹ ਕਹਿ ਰਹੇ ਵੀ ਕ੍ਰਿਸ਼ਮਾ, ਅਸਲ 'ਚ ਅਸੀਂ ਜਿਹੜਾ ਬਹੁਤ ਸਦੀਆਂ ਤੋਂ ਤਬਕਾ ਕਮਜ਼ੋਰ ਤਬਕਾ ਉਹਨੂੰ ਬਰਾਬਰੀ ਦੇ ਲਿਆਉਣਾ ਚਾਹੁੰਦੇ ਆ। ਪਰ ਜਿਹੜੀ ਵੀ ਕਾਂਗਰਸ ਜਾਂ ਹੁਣ ਬੀਜੇਪੀ ਆਈ ਆ, ਕਾਂਗਰਸ ਨੇ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਕੰਮ ਕੀਤਾ ਵੀ ਇਹ ਜਿਹੜੀਆਂ ਆਬਾਦੀਆਂ ਆ ਇਹਨਾਂ ਦੀ ਇੰਪਾਵਰਮੈਂਟ ਨਾ ਹੋਣ ਦਿੱਤੀ ਜਾਵੇ, ਇਹਨਾਂ ਨੂੰ ਅਵੇਅਰ ਨਾ ਹੋਣ ਦਿੱਤਾ ਜਾਵੇ। ਇਸ ਕਰਕੇ ਕਦੀ ਵੀ ਉਹਨਾਂ ਨੇ ਸਮੂਹਿਕ ਐਜੂਕੇਸ਼ਨ ਦੇ ਕੰਮ ਨਹੀਂ ਕੀਤਾ, ਇਹਨਾਂ ਨੂੰ ਅਨਪੜ੍ਹ ਔਰ ਗਰੀਬ ਬਣਾਉਣ ਦੇ ਲਈ ਕੰਮ ਕੀਤਾ। ਇਸ ਕਰਕੇ ਇਸ ਟੁੱਟੇ ਹੋਏ ਸਮਾਜ ਨੂੰ ਮੰਨ ਲਓ ਡਿਵੈਲਪ ਕਰਨਾ ਬਹੁਤ ਔਖਾ ਕੰਮ ਆ। ਇਸ ਕਰਕੇ ਜਿਹੜੀ ਬੀਐਸਪੀ ਆ ਵੀ ਜਿੰਨਾ ਕੁ ਅਵੇਅਰ ਕਰ ਸਕੀ ਉਸ ਤਰ੍ਹਾਂ ਦੀ ਉਹਨੇ ਨੁਮਾਇੰਦਾ ਪੋਲਿਟਿਕਸ ਸਟੱਡੀ ਕੀਤੀ ਹੈ। ਅੱਛਾ, ਇੱਕ ਸਵਾਲ ਹੈ, ਚਾਹੇ ਵੈਸੇ ਵੱਖਰੀਆਂ ਧਿਰਾਂ ਦੇ ਵਿੱਚ ਵੀ ਵੰਡਿਆ ਜਾਵੇ ਦਲਿਤ ਸਮਾਜ, ਬੇਸ਼ੱਕ ਸਿਆਸੀ ਤੌਰ ਤੇ ਜਿਹੜੇ ਵਿੰਗ ਬਣੇ ਹੋਏ ਆ ਵੱਖਰੀਆਂ ਪਾਰਟੀਆਂ 'ਚ ਇੱਕ ਐਸਸੀ ਵਿੰਗ ਬਣਾ ਦਿੱਤਾ ਜਾਂਦਾ ਆ, ਉਹਦੇ 'ਚ ਨੁਮਾਇੰਦਗੀ ਦੇ ਦਿੱਤੀ ਜਾਂਦੀ ਆ। ਹੁਣ ਤਾਂ ਪੰਜਾਬ ਦੇ ਵਿੱਚ ਇਹ ਵੀ ਪੋਲਿਟਿਕਸ ਸ਼ੁਰੂ ਹੋ ਗਈ ਹੈ ਕਿ ਉਪ ਮੁੱਖ ਮੰਤਰੀ ਬਣਾ ਦਾਂਗੇ ਜੀ ਦਲਿਤ ਧਿਰ ਦੇ ਵਿੱਚੋਂ, ਸਾਡੇ ਨਾਲ ਜੁੜੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ, ਜਦੋਂ ਤਾਂ ਡਾਕਟਰ BR ਅੰਬੇਡਕਰ ਹੋਰਾਂ ਦਾ ਨਾਮ ਆਉਂਦਾ ਤੇ ਦਲਿਤ ਧਿਰਾਂ ਇੱਕ ਜਗ੍ਹਾ ਤੇ ਖੜੀਆਂ ਨਜ਼ਰ ਆਉਂਦੀਆਂ। ਜਦੋਂ ਪੋਲਿਟਿਕਸ ਦੀ ਗੱਲ ਆਉਂਦੀ ਹੈ, ਜਦੋਂ ਵੋਟ ਪੋਲਿਟਿਕਸ ਦੀ ਗੱਲ ਆਉਂਦੀ ਹੈ, ਵੰਡੀਆਂ ਜਾਂਦੀਆਂ ਸਾਰੀਆਂ। ਕੋਈ ਕਮਜ਼ੋਰੀ ਕਿੱਥੇ ਤੁਹਾਨੂੰ ਨਜ਼ਰ ਆਉਂਦੀ ਹੈ? ਦੇਖੋ ਅਸਲ ਦੇ ਵਿੱਚ ਇਹ ਆ ਵੀ ਜਿਹੜੇ ਸ਼ਡਿਊਲ ਕਾਸਟ ਆ ਜਾਂ ਦਲਿਤ ਤਬਕੇ ਆ ਉਹ ਸਦੀਆਂ ਤੋਂ ਲਤਾੜੇ ਹੋਏ ਲੋਕ ਆ ਜਿਨ੍ਹਾਂ ਨੂੰ ਐਜੂਕੇਸ਼ਨ ਤੋਂ ਦੂਰ ਰੱਖਿਆ ਗਿਆ। ਔਰ ਦੂਜਾ ਜਿਹੜਾ ਸਟੇਟ ਬਣਿਆ ਉਹਨਾਂ ਨੇ ਵੀ ਇਦਾਂ ਦੇ ਇੰਸਟੀਟਿਊਸ਼ਨ ਨਹੀਂ ਬਣਾਏ ਕਿਉਂਕਿ ਸਟੇਟ ਉਹਨਾਂ ਦੇ ਵਿਰੋਧੀ ਲੋਕਾਂ ਦਾ ਬਣ ਗਿਆ। ਉਹਨਾਂ ਨੇ ਵੀ ਇਦਾਂ ਦੇ ਇੰਸਟੀਟਿਊਸ਼ਨ ਨਹੀਂ ਬਣਾਏ ਵੀ ਇਹਨਾਂ 'ਚ ਅਵੇਅਰਨੈਸ ਆਉਂਦੀ, ਇਨਲਾਈਟਨਮੈਂਟ ਆਉਂਦੀ ਤੇ ਆਪਣੀ ਸੁਸਾਇਟੀ ਨੂੰ ਆਪ ਰਿਫਾਰਮ ਕਰ ਸਕਦੇ। ਇਸ ਕਰਕੇ ਜਿਹੜੀਆਂ ਸ਼ਡਿਊਲ ਕਾਸਟ ਜਾਂ ਬੈਕਵਰਡ ਦੀ ਪ੍ਰੋਬਲਮਸ ਆ ਰਹੀਆਂ ਉਹਨਾਂ ਦੀ ਪੋਲਿਟਿਕਸ ਦੇ ਵਿੱਚ ਜਾਂ ਸੋਸ਼ਲ, ਉਹ ਉਹਨਾਂ ਦੇ ਸੋਸ਼ਲ ਰਿਫਾਰਮ ਨਾ ਹੋਣ ਕਰਕੇ ਆ। ਤੇ ਜਿੱਦਾਂ ਉਹਨਾਂ ਦੀ ਸੁਸਾਇਟੀ ਵਿੱਚ ਰਿਫਾਰਮ ਹੋਊਗਾ, ਉਹਨਾਂ ਦੇ ਵਿੱਚ ਇਨਲਾਈਟਨਮੈਂਟ ਦੀ ਮੂਵਮੈਂਟ ਚੱਲੂਗੀ ਤੇ ਪ੍ਰੋਬਲਮ ਦੂਰ ਹੋ ਜਾਣਗੀਆਂ। ਕਿਹਨੇ ਕਰਨੀ ਹੈ ਇਨਲਾਈਟਮੈਂਟ? ਕਿਹਨੇ ਕਰਨੀ ਆ? ਤੁਹਾਡੇ ਵਰਗੀਆਂ ਸਿਆਸੀ ਧਿਰਾਂ ਨੇ ਕਰਨੀ ਆ, ਦਲਿਤ ਜਥੇਬੰਦੀਆਂ ਨੇ ਕਰਨੀ ਆ, ਜਾਂ ਕੱਲਾ ਡਾਕਟਰ BR ਅੰਬੇਡਕਰ ਸਾਹਿਬ ਨੂੰ ਪੜ੍ਹਿਆ ਜਾਵੇ ਜਾਂ ਉਹਨਾਂ ਨੂੰ ਸਮਝਾਇਆ ਜਾਵੇ ਉਹਦੇ ਬਾਰੇ ਤੇ ਇਨਲਾਈਟਨਮੈਂਟ ਹੋ ਜਾਏਗੀ? ਕਿਉਂਕਿ ਮਸਲਾ ਤਾਂ ਸਾਰਾ ਹੈ ਹੀ ਉਹੀ ਹੈ ਨਾ। ਦੇਖੋ ਜਿਹੜਾ ਵੀ ਇਨਲਾਈਟਨਮੈਂਟ ਹੈ ਅਸਲ ਦੇ ਵਿੱਚ ਕੀ ਆ ਵੀ ਜਿਹੜਾ ਸਟੇਟ ਨੇ ਅਸਲ ਦੇ ਵਿੱਚ ਹਮੇਸ਼ਾ ਇਹਨਾਂ ਨੂੰ ਇਗਨੋਰੈਂਟ ਬਣਾਉਣ ਦਾ ਕੰਮ ਕੀਤਾ। ਪਰ ਇਹਨਾਂ ਧਿਰਾਂ ਦੇ ਵਿੱਚ ਜਿੰਨੀ ਵੀ ਇਨਲਾਈਟਨਮੈਂਟ ਹੋਈ ਆ ਉਹ ਇਹਨਾਂ ਧਿਰਾਂ ਦੇ ਮੋਹਤਵਰ ਬੰਦਿਆਂ ਨੇ ਕੀਤੀ, ਜਿਹੜੇ ਅੰਬੇਡਕਰਾਈਟ ਆ, ਜਿਨ੍ਹਾਂ ਨੇ ਬਾਬਾ ਸਾਹਿਬ ਨੂੰ ਪੜ੍ਹਿਆ, ਜਿਹੜੇ ਐਜੂਕੇਸ਼ਨ ਹੋਏ ਆ। ਤੇ ਇਸ ਕਰਕੇ ਜਿਹੜੀ ਇਸ ਇਹਨਾਂ ਤਬਕਿਆਂ 'ਚ ਜਿਹੜੇ ਪੜ੍ਹੇ ਲਿਖੇ ਜਾਗਰੂਕ ਲੋਕ ਆ ਉਹਨਾਂ ਦੀ ਜ਼ਿੰਮੇਵਾਰੀ ਆ ਤੇ ਅਜੇ ਤੱਕ ਜਿੰਨੇ ਵੀ ਜਾਗਰੂਕ ਹੋਏ ਉਹਨਾਂ ਨੇ ਕੀਤਾ ਹੈਗਾ। ਜਾਗਰੂਕ ਹੋਏ, ਬਹੁਤ ਬਹੁਤ ਸ਼ੁਕਰੀਆ। ਸੋ ਬਲਵਿੰਦਰ ਕੁਮਾਰ ਹੋਰੀ, ਬਹੁਜਨ ਸਮਾਜ ਪਾਰਟੀ, ਇੱਕ ਉਹ ਧਿਰ, ਇੱਕ ਉਹ ਨੁਮਾਇੰਦਾ ਜਮਾਤ ਜਿਹੜੀ ਦਾਅਵਾ ਕਰਦੀ ਹੈ ਕਿ ਦਲਿਤ ਪੋਲਿਟਿਕਸ ਜਿਹੜੀ ਆ ਉਹਦੇ ਵੱਲੋਂ ਕੀਤੀ ਜਾ ਰਹੀ ਹੈ। ਔਰ ਇਸ ਸਮੇਂ ਜੇ ਅਸੀਂ ਦੇਖੀਏ ਕਿ ਡਾਕਟਰ BR ਅੰਬੇਡਕਰ ਹੋਰਾਂ ਦੇ ਨਾਮ ਦੇ ਉੱਤੇ ਯਾਤਰਾ ਕੱਢੀ ਜਾ ਰਹੀ ਹੈ ਔਰ ਇਹਦੇ ਨਾਲ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਾਕਟਰ ਭੀਮਰਾਓ ਅੰਬੇਡਕਰ ਜੀ ਹੋਰਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਸੀ ਤੇ ਉਹਨਾਂ ਨੇ ਜਿਹਨਾਂ ਦੱਬੇ ਕੁਚਲੇ ਲੋਕਾਂ ਦੇ ਲਈ ਗੱਲ ਕੀਤੀ ਸੀਗੀ, ਜਿਨ੍ਹਾਂ ਦੀ ਆਵਾਜ਼ ਬੁਲੰਦ ਕੀਤੀ ਸੀਗੀ, ਉਹ ਸਾਰੇ ਇਕਜੁੱਟ ਨੇ। ਪਰ ਸਮੱਸਿਆ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿੱਥੇ ਲੱਗਦਾ ਹੈ ਕਿ ਨਾ ਤਾਂ ਸੰਵਿਧਾਨ ਨੂੰ ਉਸ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਆ ਤੇ ਨਾ ਹੀ ਦਲਿਤ ਧਿਰਾਂ ਅਜੇ ਉਸ ਤਰੀਕੇ ਨਾਲ ਜਾਗਰੂਕ ਹੋ ਪਾਈਆਂ ਨੇ ਕਿ ਉਹ ਆਪਣੇ ਹੱਕਾਂ ਲਈ ਇਕਜੁੱਟ ਹੋ ਕੇ ਲੜ ਸਕਣ। ਇਹਦਾ ਕਾਰਨ ਜਿਹੜਾ ਉਹ ਸਿਆਸੀ ਧੜੇਬੰਦੀ ਜਾਂ ਸਿਆਸੀ ਤਿਗੜਮਬਾਜ਼ੀਆਂ ਤੋਂ ਵੀ ਜਿਹੜਾ ਉਹ ਕਹਿ ਸਕਦੇ ਕਿ ਇਹ ਸਭ ਦਾ ਨੁਕਸਾਨ ਹੋਇਆ। ਫਿਲਹਾਲ ਇਹ ਯਾਤਰਾ ਚੱਲਦੀ ਪਈ ਹੈ, ਨੁਮਾਇੰਦੇ ਆਪੋ ਆਪਣੀ ਧਿਰ ਦੇ ਜਿਹੜੇ ਆ ਇਹਦੇ ਵਿੱਚ ਸ਼ਿਰਕਤ ਕਰ ਰਹੇ ਆ ਔਰ ਇਹ ਹਰ ਥਾਂ ਹੁੰਦਾ ਨਜ਼ਰ ਆਏਗਾ ਕੱਲ ਵੀ, ਕਿਉਂਕਿ ਡਾਕਟਰ BR ਅੰਬੇਡਕਰ ਸੰਵਿਧਾਨ ਨਿਰਮਾਤਾ ਨੇ ਤੇ ਹਰ ਧਿਰ, ਹਰ ਪੋਲੀਟੀਕਲ ਪਾਰਟੀ, ਹਰ ਸੰਸਥਾ ਕੋਸ਼ਿਸ਼ ਕਰੇਗੀ ਕਿ ਇਸ ਨਾਮ ਦੇ ਉੱਤੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾਵੇ। ਪਰ ਲੋਕਾਂ ਨੂੰ ਜੋੜਨ ਦੇ ਨਾਲ ਨਾਲ ਇਸ ਪਛੜੇ ਹੋਏ ਸਮਾਜ, ਦਲਿਤ ਸਮਾਜ, ਦੱਬੇ ਕੁਚਲੇ ਲੋਕਾਂ ਲਈ ਕਿੰਨਾ ਕੁ ਜਿਹੜੀ ਉਹ ਗੱਲ ਕੀਤੀ ਜਾਂਦੀ ਹੈ ਉਹਦੇ ਬਾਰੇ ਵੀ ਦੇਖ ਲਾਂਗੇ। ਪਵਨ ਕੁਮਾਰ ਟੀਨੂ ਹੋਰੀ ਸਾਡੇ ਨਾਲ ਇਸ ਵੇਲੇ ਮੌਜੂਦ ਹੈ, ਉਹ ਵੀ ਇਸ ਜਿਹੜੇ ਮਾਰਚ ਦੇ ਵਿੱਚ ਸ਼ਾਮਲ ਹੈਗੇ। ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਸੋ ਇਸ ਵੇਲੇ ਪਵਨ ਕੁਮਾਰ ਟੀਨੂ ਹੋਰੀ ਨਾਲ ਨੇ। ਟੀਨੂ ਸਾਹਿਬ,
ਡਾਕਟਰ BR ਅੰਬੇਡਕਰ ਹੋਰਾਂ ਦੀ ਜਯੰਤੀ ਦੇ ਮੌਕੇ ਤੇ ਚੇਤਨਾ ਮਾਰਚ ਕੱਢਿਆ ਜਾ ਰਿਹਾ। ਕਿਸਾਨ ਜਥੇਬੰਦੀਆਂ ਨੇ, ਦਲਿਤ ਜਥੇਬੰਦੀਆਂ ਨੇ, ਤੁਸੀਂ ਵੀ ਇੱਕ ਸਿਆਸੀ ਨੁਮਾਇੰਦਾ ਜਮਾਤ ਦੇ ਨਾਲ ਜੁੜੇ ਹੋਏ ਹੋ। ਕਿਵੇਂ ਦੇਖਦੇ ਹੋ ਇਸ ਵੇਲੇ ਸਥਿਤੀਆਂ ਪਰਿਸਥਿਤੀਆਂ ਨੂੰ? ਜਦੋਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ, ਸਰਕਾਰਾਂ ਦੇ ਉੱਤੇ ਇਹ ਦੋਸ਼ ਲਾਇਆ ਜਾਂਦਾ ਕਿ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਬਦਲਿਆ ਜਾ ਰਿਹਾ ਇੱਕ ਨਵਾਂ ਸੰਵਿਧਾਨ ਜਿਹਨੂੰ ਮਨੂ ਸਮ੍ਰਿਤੀ ਵੀ ਕਿਹਾ ਜਾਂਦਾ। ਬਾਰ-ਬਾਰ ਇਹ ਆਰੋਪ ਲੱਗਦੇ ਨੇ ਕਿ ਉਹ ਲਾਗੂ ਕੀਤਾ ਜਾ ਰਿਹਾ। ਕਿਵੇਂ ਦੇਖਦੇ ਹੋ ਇਹਨਾਂ ਹਾਲਾਤਾਂ ਨੂੰ? ਦੇਖੋ, ਅਸੀਂ ਤਾਂ ਮੁੱਢੋਂ ਹੀ ਸਕੂਲ ਲੈਵਲ ਤੋਂ ਹੀ ਡਾਕਟਰ ਅੰਬੇਡਕਰ ਸਾਹਿਬ ਦੀ ਸੋਚ ਨਾਲ ਜੁੜੇ ਹੋਏ ਹਾਂ ਤੇ ਅਸੀਂ ਸੰਵਿਧਾਨ ਦੀ ਅਹਿਮੀਅਤ ਨੂੰ ਸਮਝਦੇ ਹਾਂ। ਬਲਕਿ ਸਾਰੇ ਹੀ ਮਾਨਵਤਾਵਾਦੀ ਲੋਕ ਦੇਸ਼ ਦੇ ਉਸ ਸੰਵਿਧਾਨ ਦੀ ਅਹਿਮੀਅਤ ਨੂੰ ਸਮਝਦੇ ਆ। ਇਸ ਸੰਵਿਧਾਨ ਨੇ ਸਾਰਿਆਂ ਨੂੰ ਹੀ ਬਰਾਬਰ ਦੇ ਹੱਕ ਦਿੱਤੇ ਆ, ਲੋਕਤੰਤਰ ਦਿੱਤਾ, ਸਾਨੂੰ ਸਭ ਨੂੰ ਹੱਕ ਦਿੱਤੇ ਆ। ਇਹ ਠੀਕ ਹੈ ਕਿ ਪਿਛਲੇ ਕੁਝ ਸਮੇਂ ਤੋਂ ਜਦੋਂ ਤੋਂ ਹਿੰਦੂਤਵ ਨੇ ਆਪਣਾ ਜ਼ੋਰ ਫੜਿਆ, ਉਦੋਂ ਤੋਂ ਹੀ ਜਿਹੜੇ ਅੰਬੇਡਕਰ ਸਾਹਿਬ ਨੂੰ ਮੰਨਣ ਵਾਲੇ ਲੋਕ ਆ ਉਹ ਥੋੜੇ ਚੇਤੰਨ ਹੋ ਗਏ ਆ, ਕਿਉਂਕਿ ਸੰਵਿਧਾਨ ਹੀ ਇੱਕ ਐਸਾ ਪਵਿੱਤਰ ਤੇ ਸਟਰੋਂਗ ਡਾਕੂਮੈਂਟ ਆ ਜਿਹੜਾ ਦੇਸ਼ ਨੂੰ ਇਕੱਠਾ ਰੱਖ ਸਕਦਾ, ਜਿਹੜਾ ਦੇਸ਼ ਦੇ ਅੰਦਰ ਲੋਕਤੰਤਰ ਰੱਖ ਸਕਦਾ। ਨਹੀਂ ਤਾਂ ਤੁਸੀਂ USSR ਦੇਖ ਲਓ, ਕਮਜ਼ੋਰ ਸੰਵਿਧਾਨ ਕਰਕੇ ਉਹ ਬਿਖਰ ਗਿਆ ਤੇ ਇਹ ਸੰਵਿਧਾਨ ਹੀ ਹੈ ਜਿਹੜਾ ਦੇਸ਼ ਨੂੰ ਇਕੱਠਾ ਰੱਖ ਸਕਦਾ ਹੈ। ਸੰਵਿਧਾਨ ਤਾਂ ਇਕੱਠਾ ਰੱਖ ਰਿਹਾ। ਬਾਬਾ ਸਾਹਿਬ ਜਿਹੜੇ ਪਛੜੇ ਵਰਗ ਆ, ਦਲਿਤ ਵਰਗ ਆ, ਉਹਨਾਂ ਲਈ ਵਿਸ਼ੇਸ਼ ਪ੍ਰਾਵਧਾਨ ਵੀ ਕਰਕੇ ਜਾਂਦੇ ਆ। ਇਦਾਂ ਕਿਉਂ ਹੁੰਦਾ ਹੈ ਕਿ ਜਿਹੜੀ ਨੁਮਾਇੰਦਾ ਧਿਰਾਂ ਚੁਣੀਆਂ ਜਾਂਦੀਆਂ, ਜਿਹੜੇ ਆਗੂ ਚੁਣੇ ਜਾਂਦੇ, ਜਿਹੜੇ ਦਲਿਤਾਂ ਨੂੰ ਲੱਗਦਾ ਕਿ ਇਹ ਸਾਡੇ ਜਿਹੜੇ ਕੰਮ ਕਰਨਗੇ, ਇਹ ਸਾਡੇ ਨਾਲ ਖੜਨਗੇ, ਅਗਵਾਈ ਕਰਨਗੇ, ਉਹ ਬਹੁਤੀ ਵਾਰੀ ਜਦੋਂ ਆਗੂ ਉੱਚੇ ਅਹੁਦਿਆਂ ਤੇ ਪਹੁੰਚਦੇ ਆ ਤੇ ਫਿਰ ਉਹਦਾ ਵਰਗ ਪਿੱਛੇ ਰਹਿ ਜਾਂਦਾ ਤੇ ਕੁਲੀਨ ਵਰਗ, ਜਿਹੜਾ ਨਵਾਂ ਵਰਗ ਹੁੰਦਾ, ਉੱਚ ਵਰਗ ਹੁੰਦਾ, ਉਹਦੇ 'ਚ ਜਾ ਕੇ ਸ਼ਾਮਲ ਹੋ ਜਾਂਦੇ ਆ। ਇਹ ਬਦਕਿਸਮਤੀ ਦੀ ਗੱਲ ਹੈ। ਬਹੁਤ ਸਾਰੇ ਲੋਕ ਜਿਹੜੇ ਸੰਵਿਧਾਨ ਦਾ, ਰਿਜ਼ਰਵੇਸ਼ਨ ਦਾ ਫਾਇਦਾ ਲੈਂਦੇ ਆ, ਬਾਅਦ ਉਹ ਮੁੱਕਰ ਜਾਂਦੇ ਆ, ਉਂਗਲੀ ਛਡਾ ਕੇ ਦੌੜ ਜਾਂਦੇ, ਜਿਹਦੇ ਕਰਕੇ ਪਿੱਛੇ ਰਹਿ ਗਏ ਲੋਕ ਜਿਹੜੇ ਆ ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੁੰਦਾ। ਫਿਰ ਉਹਨਾਂ ਦਾ ਕਿਤੇ ਨਾ ਕਿਤੇ ਸਿਆਸੀ ਲੋਕਾਂ ਤੋਂ ਵਿਸ਼ਵਾਸ ਉੱਠ ਜਾਂਦਾ। ਲੇਕਿਨ ਮੈਂ ਸਮਝਦਾ ਇਹਦੇ ਉੱਤੇ ਚੱਲਦੇ ਰਹਿਣਾ ਚਾਹੀਦਾ ਸਾਨੂੰ ਕਿ ਆਪਾਂ ਬਾਬਾ ਸਾਹਿਬ ਦਾ ਸੋਚ ਦਾ ਸਤਿਕਾਰ ਕਰੀਏ ਤੇ ਆਪਣੇ ਸਮਾਜ ਵਿੱਚ ਰਹੀਏ, ਦੱਬੇ ਕੁਚਲੇ ਲੋਕਾਂ ਦੇ ਜਜ਼ਬਾਤਾਂ ਨੂੰ ਸਮਝੀਏ, ਉਹਨਾਂ ਦੀ ਲੜਾਈ ਲੜੀਏ। ਹਾਲੇ ਲੜਾਈ ਬੜੀ ਲੰਬੀ ਹੈ, ਲੜਾਈ ਬਹੁਤ ਲੰਬੀ ਹੈ। ਇਹ ਸਭ ਦੇ ਵਿੱਚ ਇੱਕ ਗੱਲ ਇਹ ਵੀ ਨੁਕਤਾ ਉੱਠਦਾ ਕਿ ਜਿਹੜੇ ਧਿਰਾਂ ਮਨੂ ਸਮ੍ਰਿਤੀ ਨੂੰ ਸੰਵਿਧਾਨ ਮੰਨਣ ਨੂੰ ਤਿਆਰ ਆ, ਉਹੀ ਲਾਗੂ ਕਰਨ ਨੂੰ ਤਿਆਰ ਆ, ਉਹੀ ਧਿਰਾਂ ਡਾਕਟਰ BR ਅੰਬੇਡਕਰ ਹੋਰਾਂ ਦੇ ਬੁੱਤਾਂ ਦੇ ਉੱਤੇ ਫੁੱਲ ਵੀ ਚੜਾਉਂਦੇ ਆ, ਨਤਮਸਤਕ ਵੀ ਹੁੰਦੇ, ਦਾਅਵਾ ਵੀ ਕਰਦੇ ਕਿ ਅਸੀਂ ਇਹਨਾਂ ਦਾ ਹੀ ਅਨੁਸਰਨ ਕਰਦੇ ਆ। ਇਹ ਸਾਰਾ ਕੁਝ ਜਦੋਂ ਹੁੰਦਾ ਦੇਖਦੇ ਆ ਤੇ ਕਿਵੇਂ ਦੇਖਦੇ ਹੋ ਕਿ ਉਹ ਸਿਰਫ ਦਿਖਾਵਾ ਕਰ ਰਹੇ ਜਾਂ ਸੱਚੀ ਪ੍ਰਭਾਵਿਤ ਹੋਏ ਨੇ ਬਾਬਾ ਅੰਬੇਡਕਰ ਜੀ ਤੋਂ? ਨਹੀਂ, ਕੋਈ ਪ੍ਰਭਾਵਿਤ ਨਹੀਂ ਹੋਏ। ਉਹ ਸਿਰਫ ਅੱਖਾਂ 'ਚ ਮਿੱਟੀ ਪਾ ਰਹੇ ਆ, ਉਹ ਬੇਵਕੂਫ ਬਣਾ ਰਹੇ ਆ। ਕਿਉਂਕਿ ਜਦੋਂ ਅਸੀਂ ਆਪਣੇ ਬਾਪ ਨੂੰ ਬਾਪ ਕਹਿਣਾ ਸ਼ੁਰੂ ਕਰਤਾ ਤੇ ਜਦੋਂ ਹੁਣ ਮਹਾਤਮਾ ਦੇ ਨਾਂ ਤੇ ਵੋਟ ਨਹੀਂ ਮਿਲਦੀ ਤੇ ਹੁਣ ਵੋਟ ਮਿਲਦੀ ਬਾਬਾ ਸਾਹਿਬ ਦੇ ਨਾਂ ਤੇ, ਫਿਰ ਉਹਨਾਂ ਨੇ ਵੀ ਹੁਣ ਆਪਣਾ ਰੂਪ ਜਿਹੜਾ ਆ ਉਹ ਬਦਲ ਕੇ ਲੋਕਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਆ। ਲੇਕਿਨ ਉਹਨਾਂ ਦੀ ਸੋਚ ਹੋ ਰਿਹਾ, ਉਹ ਅੰਬੇਡਕਰ ਸਾਹਿਬ ਦੀ ਸੋਚ ਦੇ ਖਿਲਾਫ ਲੋਕ ਆ, ਉਹਨਾਂ ਦੀ ਆਪਣੀ ਵਿਚਾਰਧਾਰਾ ਹੈ। ਇਸ ਕਰਕੇ ਲੇਕਿਨ ਅੱਜ ਦਾ ਨੌਜਵਾਨ ਪੜ੍ਹਿਆ ਲਿਖਿਆ ਜਿਹੜਾ ਸਾਰੇ ਸੈਕਸ਼ਨ ਹੁਣ ਸਮਝ ਗਿਆ ਕਿ ਕੌਣ ਆਪਣਾ ਤੇ ਕੌਣ ਭਰਾ। ਇੱਕ ਆਖਰੀ ਸਵਾਲ ਆ, ਇੱਕ ਪੋਲਿਟਿਕਸ ਹੋਰ ਚੱਲਦੀ ਪਈ ਆ ਪੰਜਾਬ ਦੇ ਵਿੱਚ। ਹਰ ਪਾਰਟੀ ਕਹਿ ਰਹੀ ਆ ਜੀ ਸਾਡੇ ਵੱਲੋਂ ਉਪ ਮੁੱਖ ਮੰਤਰੀ ਦਲਿਤ ਹੋਏਗਾ, ਕੋਈ ਕਹਿੰਦਾ ਅਸੀਂ ਤਾਂ ਮੁੱਖ ਮੰਤਰੀ ਦਲਿਤ ਬਣਾ ਦਾਂਗੇ। ਇਹ ਮੁੱਖ ਮੰਤਰੀ ਉਪ ਮੁੱਖ ਮੰਤਰੀ ਵਾਲੇ ਅਹੁਦੇ ਜਿਹੜੇ ਆ ਉਹ ਸੱਚੀਓ ਹੀ ਦਲਿਤ ਨੂੰ ਐਮਪਾਵਰਮੈਂਟ ਕਰਨ ਲਈ ਕਹੇ ਜਾ ਰਹੇ ਆ ਜਾਂ ਇਹ ਵੀ ਇੱਕ ਆਪਣੇ ਤਰੀਕੇ ਦੀ ਪੋਲਿਟਿਕਸ ਹੈ, ਸਿਰਫ ਵੋਟ ਬੈਂਕ ਹੀ ਹੈ? ਕੱਲਾ ਤੁਸੀਂ ਪੰਜਾਬ ਦੀ ਗੱਲ ਨਾ ਕਰੋ, ਤੁਸੀਂ ਦੇਸ਼ ਦੇਖੋ, ਬਹੁਤ ਸਾਰੇ ਗਵਰਨਰ ਬਣੇ ਆ, ਬਹੁਤ ਸਾਰੇ ਮਿਨਿਸਟਰ ਬਣਦੇ ਰਹੇ ਆ ਤੇ ਰਾਸ਼ਟਰਪਤੀ ਵੀ ਬਣੇ ਆ, ਪਰ ਥੱਲੇ ਲੋਕਾਂ ਦੀ ਹਾਲਤ ਨਹੀਂ ਬਦਲੀ। ਥੱਲੇ ਲੋਕਾਂ ਦੀ ਹਾਲਤ ਬਦਲਣ ਲਈ ਇਕਨੋਮਿਕਲ, ਐਜੂਕੇਸ਼ਨਲ ਤੇ ਸਮਾਜਿਕ ਹਾਲਾਤ ਬਦਲਣ ਵਾਸਤੇ ਥੱਲੇ ਬੜੀ ਡੂੰਘਾਈ ਨਾਲ ਕੰਮ ਕਰਨ ਦੀ ਲੋੜ ਆ। ਸਾਨੂੰ ਸਾਰਿਆਂ ਨੂੰ ਹੀ ਇਕੱਠੇ ਹੋਣ ਦੀ ਲੋੜ ਆ, ਚਾਹੇ ਉਹ ਮਜ਼ਦੂਰ ਆ, ਦਲਿਤ ਆ, ਕਿਸਾਨ ਆ, ਸਾਨੂੰ ਇਕੱਠੇ ਹੋਣ ਦੀ ਲੋੜ ਆ। ਕਿਉਂਕਿ ਅੱਜ ਅਗਰ ਸੰਵਿਧਾਨ ਖਤਰੇ 'ਚ ਹੈ ਤਾਂ ਸਮਝ ਲਓ ਸਾਡੀ ਸਾਰਿਆਂ ਦੀ ਹੋਂਦ ਖਤਰੇ 'ਚ। ਸੰਵਿਧਾਨ ਖਤਰੇ 'ਚ ਆ ਤੇ ਸਾਰਿਆਂ ਦੀ ਹੋਂਦ ਖਤਰੇ 'ਚ ਆ। ਪਵਨ ਕੁਮਾਰ ਟੀਨੂ ਹੋਰਾਂ ਦਾ ਇਹ ਕਹਿਣਾ ਆ, ਸਿੱਧੇ ਤੌਰ ਤੇ ਕਹਿ ਸਕਦੇ ਕਿ ਸਿਆਸੀ ਧਿਰਾਂ ਦੇ ਨੁਮਾਇੰਦੇ ਜਿਹੜੇ ਆ ਉਹ ਆਪਣੇ ਤਰੀਕੇ ਨਾਲ ਗੱਲ ਕਰ ਰਹੇ ਨੇ, ਜਿਹੜੇ
ਜਥੇਬੰਦੀਆਂ ਦੇ ਨੁਮਾਇੰਦੇ ਆ ਉਹ ਆਪਣੇ ਤਰੀਕੇ ਨਾਲ ਗੱਲ ਕਰ ਰਹੇ ਨੇ। ਕੁੱਲ ਮਿਲਾ ਕੇ ਕਹਿ ਸਕਦਾ ਕਿ ਅੱਜ ਇਹ ਜਿਹੜੇ ਨੀਲੇ ਝੰਡੇ ਨਜ਼ਰ ਆ ਰਹੇ ਆ ਇਸ ਚੇਤਨਾ ਮਾਰਚ ਦੇ ਵਿੱਚ ਡੀਜੇ ਤੇ ਡਾਕਟਰ BR ਅੰਬੇਦਕਰ ਹੋਰਾਂ ਦੇ ਬਾਰੇ, ਉਹਨਾਂ ਦੇ ਜੀਵਨ ਦੇ ਬਾਰੇ, ਸੰਵਿਧਾਨ ਦੇ ਬਾਰੇ ਗਾਉਂਦੇ ਗੀਤ ਜਿਹੜੇ ਆ ਵੱਜਦੇ ਨਜ਼ਰ ਆ ਰਹੇ ਨੇ। ਕੁੱਲ ਮਿਲਾ ਕੇ ਦਲਿਤ ਸਮੁਦਾਇ ਦੇ ਵਿੱਚੋਂ ਵੱਡੀ ਤਾਦਾਦ ਦੇ ਵਿੱਚ ਲੋਕ ਇਸ ਮਾਰਚ ਦੇ ਵਿੱਚ ਸ਼ਾਮਲ ਨੇ। ਇਹ ਸਮੁਦਾਇ ਇਹ ਧਿਰਾਂ ਤਾਂ ਜ਼ਰੂਰ ਡਾਕਟਰ BR ਅੰਬੇਦਕਰ ਦੇ ਦੱਸੇ ਰਾਹ ਦੇ ਉੱਤੇ ਚੱਲਣ ਦੇ ਲਈ ਜਾਂ ਫਿਰ ਉਹਦੀ ਸੰਵਿਧਾਨ ਦੀ ਰੱਖਿਆ ਲਈ ਲੜਾਈ ਲੜਨ ਦੀ ਗੱਲ ਕਰਦਾ ਪਿਆ। ਸਿਆਸੀ ਧਿਰਾਂ ਕਿੱਥੇ ਖੜੀਆਂ ਨੇ? ਉਹਨਾਂ ਨੇ ਜਿਹੜੇ ਫੁੱਲ ਪਹਿਨਾਉਣੇ ਆ ਡਾਕਟਰ BR ਅੰਬੇਦਕਰ ਦੇ ਬੁੱਤ ਨੂੰ, ਉਹਨਾਂ ਨੇ ਜਿਹੜੇ ਨਤਮਸਤਕ ਹੋਣਾ ਆ, ਕੀ ਉਹ ਸੱਚੀ ਉਸ ਸੰਵਿਧਾਨ ਦੀ ਕਦਰ ਕਰਦੇ ਆ, ਡਾਕਟਰ BR ਅੰਬੇਦਕਰ ਹੋਰਾਂ ਦੀ ਵਿਚਾਰਧਾਰਾ ਦੀ ਕਦਰ ਕਰਦੇ ਆ, ਉਹ ਸਾਰਾ ਕੁਝ ਕਰਨਗੇ ਜਾਂ ਜਿੱਦਾਂ ਆਮ ਤੌਰ ਤੇ ਹੁੰਦਾ ਆ ਸਿਰਫ ਦਿਖਾਵਾ, ਅਖਬਾਰਾਂ ਦੇ ਲਈ ਫੋਟੋਆਂ, TV ਚੈਨਲਾਂ ਲਈ ਇੰਟਰਵਿਊ, ਗੱਲ ਉੱਥੋਂ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ। ਕੈਮਰਾਮੈਨ ਪ੍ਰਵੀਨ ਬੋਬੀ ਦੇ ਨਾਲ ਜਸਵੀਰ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।